ਦੁਨੀਆ ਭਰ ਦੀਆਂ ਖਬਰਾਂ ਦੀਆਂ, ਕੁਝ ਭਾਰਤ ਦੀਆਂ ਖਬਰਾਂ ਤੇ ਕੁਝ ਇੱਕ ਹੋਰ ਖਬਰਾਂ। ਕਾਲੋ ਸਾਹਿਬ ਦਾ ਸਵਾਗਤ ਕਰਦੇ ਹਾਂ। ਪਹਿਲਾਂ ਜੀ ਕਾਲੋ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਆਪਾਂ ਗੱਲਬਾਤ ਰੋਜ਼ ਭਾਰਤ ਦੀ ਰਾਜਨੀਤੀ ਦੀ ਹੀ ਕਰਦੇ ਹਾਂ, ਕਦੀ ਕਦਾਈ ਇੱਥੋਂ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਨੇ। ਤੇ ਭਾਰਤ ਵਿੱਚ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਸੀਗਾ ਪਿਛਲੇ ਦਿਨਾਂ ਤੋਂ, ਤੇ ਕਾਫੀ ਹੋ ਹੱਲਾ ਚੱਲ ਰਿਹਾ ਆ। ਕਈ ਤਰ੍ਹਾਂ ਦੇ ਮਸਲੇ ਨੇ ਭਾਰਤ ਨੂੰ ਦਰਪੇਸ਼, ਜਿਹੜੇ ਪਿਛਲੇ 7 ਸਾਲਾਂ ਤੋਂ ਹਾਲਾਤ ਵਿਗਾੜੇ ਹੋਏ ਨੇ। ਮੋਦੀ ਸਰਕਾਰ ਨੇ ਜਿਹੜੀਆਂ ਉਹ ਪਾਲਿਸੀਜ਼ ਜ਼ਬਰਦਸਤੀ ਲਾਗੂ ਕਰੀ ਜਾ ਰਹੇ ਨੇ। ਢੇਰਾਂ ਦੇ ਢੇਰ ਬਿੱਲ ਜਿਹੜੇ ਆ ਉਹ ਪੈਂਡਿੰਗ ਵੀ ਨੇ, ਤੇ ਕੁਝ ਉਹਨਾਂ ਚੁੱਪ ਚਪੀਤੇ ਕੋਵਿਡ ਦੇ ਦੌਰਾਨ ਪਾਸ ਵੀ ਕਰ ਦਿੱਤੇ ਆ। ਪਰ ਹੈਰਾਨੀ ਇਹ ਆ ਕਿ 7 ਸਾਲਾਂ 'ਚ ਕੋਈ ਵੀ ਮੋਦੀ ਵੱਲ ਅੱਖ ਪੁੱਟ ਕੇ ਨਹੀਂ ਵੇਖ ਸਕਿਆ, ਕਿਉਂਕਿ ਹਵਾ ਹੀ ਇਦਾਂ ਦੀ ਬਣਾਈ ਸੀ ਕਿ ਮੋਦੀ ਹੀ ਸਭ ਕੁਝ ਹੈ, ਮੋਦੀ ਹੀ ਭਾਰਤ ਹੈ, ਮੋਦੀ ਹੈ ਤੇ ਮੁਮਕਿਨ ਹੈ। ਔਰ ਜਿਹੜੇ ਉਹਨਾਂ ਦੇ ਫਾਲੋਅਰ ਨੇ, ਭਗਤ ਨੇ, ਉਹ ਅਜੇ ਵੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਭਾਰਤ ਦਾ ਕਿੰਨਾ ਵੱਡਾ ਨੁਕਸਾਨ ਮੋਦੀ ਹਕੂਮਤ ਨੇ ਹੁਣ ਤੱਕ ਕਰ ਦਿੱਤਾ। ਪਰ ਇਹ ਚੰਗੀ ਕਿਸਮਤ ਨੂੰ ਪੰਜਾਬੀਆਂ ਦੇ ਸਿਆਈ ਇੱਕ ਵਾਰੀ ਫੇਰ ਇਹ ਗੱਲ ਕਿ ਕਿਸਾਨ ਮੋਰਚੇ ਦੇ ਨਾਂ ਹੇਠ ਘੱਟੋ ਘੱਟ ਜਿਹੜੀ ਸੈਂਟਰ ਦੀ ਡਿਕਟੇਟਰਸ਼ਿਪ ਵਾਲੀ ਸਰਕਾਰ ਸੀ, ਉਹਦੀ ਅੱਖ ਚੱਕ ਪਾ ਕੇ ਖੜਾ ਹੋਣ ਵਾਲਾ ਕੁਝ ਵਿਅਕਤੀ ਜਿਹੜੇ ਉਹ ਅੱਗੇ ਆਏ, ਔਰ ਉਹਨਾਂ ਨੇ ਇੱਕ ਵਾਰੀ ਤਾਂ ਗੋਡਨੀਆਂ ਲਵਾ ਦਿੱਤੀਆਂ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਿਸਾਨ ਮੋਰਚੇ ਨੇ ਕੀ ਖੱਟਿਆ, ਕੀ ਉਹ 'ਚ ਜਿੱਤਿਆ, ਕੀ ਹੋਏਗਾ, ਉਹ ਬਿੱਲ ਵਾਪਸ ਹੋਣਗੇ ਹੀ ਨਹੀਂ। ਸੋ ਜਿਸ ਤਰੀਕੇ ਨਾਲ ਘੱਟੋ ਘੱਟ ਚੈਲੰਜ ਜਿਹੜਾ ਉਹਨੂੰ ਕੀਤਾ ਗਿਆ, ਉਹਨਾਂ ਦੀ ਆਪ ਹੁਦਰਾਸ਼ਾਹੀ ਨੂੰ ਥੰਮਿਆ ਗਿਆ। ਜੇ ਮਤਲਬ ਸੁਸ਼ੀਲ ਕਹਿੰਦੇ ਸੀ ਕਿ ਜੇ ਕੋਈ ਕਾਮਯਾਬੀ ਨਹੀਂ ਹੋਈ ਤਾਂ ਫਿਰ ਲਾਗੂ ਕਰਕੇ ਦਿਖਾਉਣ ਉਹ ਬਿੱਲ। ਸੋ ਹਾਲਾਤ ਬਣੇ ਇੱਦਾਂ ਦੇ ਕਿ ਇੱਕ ਵਾਰੀ ਫਿਰ ਪੰਜਾਬ ਨੇ ਸਾਰੇ ਭਾਰਤ ਵਿੱਚ ਲੀਡ ਲਈ, ਤੇ ਮੋਦੀ ਦਾ ਜਿਹੜਾ ਰੱਥ ਸੀਗਾ, ਧੱਕੇਸ਼ਾਹੀ ਸੀ, ਉਹਨੂੰ ਘੱਟੋ ਘੱਟ ਰੋਕਣ ਦਾ ਯਤਨ ਇੱਕ ਕੀਤਾ, ਜਿਹਨੂੰ ਹੁਣ ਅੱਗੇ ਚੱਲ ਕੇ ਬਹੁਤ ਸਾਰੇ ਹੋਰ ਸਵਾਲ ਨੇ ਜਿੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਬਿਲਕੁਲ ਸਹੀ ਗੱਲ ਹੈ ਜੀ। ਇਹ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਆ, ਤੇ ਪੰਜਾਬੀ ਕਿਸਾਨਾਂ ਲਈ ਤੇ ਪੰਜਾਬੀ ਲੋਕਾਂ ਲਈ ਬਹੁਤ ਇਹ ਗੌਰਵ ਵਾਲੀ ਗੱਲ ਆ ਕਿ ਉਹਨਾਂ ਨੇ ਇੱਕ ਮੂਵਮੈਂਟ ਜਿਹੜੀ ਆ, ਇੱਕ ਲਹਿਰ ਜਿਹੜੀ ਆ, ਉਹ ਕਿਸਾਨੀ ਮੰਗਾਂ ਦੇ ਉੱਤੇ ਸ਼ੁਰੂ ਕੀਤੀ ਆ, ਜਿਹਦੇ ਵਿੱਚ 3 ਕਾਲੇ ਕਾਨੂੰਨ ਜਿਹੜੇ ਆ ਉਹ ਸੈਂਟਰ ਗੌਰਮੈਂਟ ਨੇ, ਭਾਰਤ ਸਰਕਾਰ ਨੇ ਪਾਸ ਕੀਤੇ ਆ। ਤੇ ਨਾਲ ਦੀ ਨਾਲ ਉਹਦੇ ਵਿੱਚ ਇੱਕ ਬਿਜਲੀ ਦਾ ਬਿੱਲ ਵੀ ਹੈ, ਇੱਕ ਪਰਾਲੀ ਨਾਲ ਸੰਬੰਧਿਤ ਹੈ, ਔਰ ਇੱਕ ਜਿਹੜੀ ਕਿਸਾਨਾਂ ਦੀ ਮੰਗ ਆ ਉਹ ਹੈਗੀ ਆ ਕਿ ਜਿਹੜੀ MSP ਆ, ਜਿਹੜੀ ਘੱਟੋ ਘੱਟ ਖਰੀਦ ਕੀਮਤ ਆ, ਇਹਨੂੰ ਕਾਨੂੰਨ ਦਾ ਦਰਜਾ ਦਿੱਤਾ ਜਾਵੇ। ਤੋ ਇਹ ਜਿਹੜੀ ਲਹਿਰ ਹੈ, ਇਹ ਕਿਸਾਨੀ ਮੰਗਾਂ ਦੇ ਨਾਲ ਨਾਲ ਇਹ ਇੱਕ ਲੋਕ ਲਹਿਰ ਬਣ ਗਈ, ਇੱਕ ਲੋਕ ਅੰਦੋਲਨ ਬਣ ਗਿਆ, ਕਿਉਂਕਿ ਕਿਸਾਨ ਇਹ ਜਿਹੜੀ ਆਪਣੀ ਮੰਗ ਆ ਉਹਦੀ ਵਾਜਬੀਅਤ ਨੂੰ ਦੱਸਣ ਵਿੱਚ ਤਾਂ ਕਾਮਯਾਬ ਹੋਏ ਆ। ਉਹਨਾਂ ਨੇ ਵਿਸਥਾਰ ਨਾਲ ਇਹ ਵੀ ਦੱਸ ਦਿੱਤਾ ਭਈ ਇਹ ਜਿਹੜੇ ਕਾਨੂੰਨ ਆ, ਇਹ ਕੇਵਲ ਕਿਸਾਨ ਜਾਂ ਕਿਸਾਨੀ ਜਾਂ ਖੇਤੀਬਾੜੀ ਵਿਰੋਧੀ ਨਹੀਂ ਗਏ ਸੌਰੀ, ਇਹ ਕੰਜ਼ਿਊਮਰ ਦੇ ਵੀ ਖਿਲਾਫ ਆ, ਔਰ ਇਹ ਬਹੁਤ ਸਾਰਾ ਜਿਹੜਾ ਸੁਸਾਇਟੀ ਦਾ ਹਿੱਸਾ ਆ, ਆਲਮੋਸਟ ਸਾਰੀ ਸੁਸਾਇਟੀ ਦੇ ਖਿਲਾਫ ਨੇ, ਜਿਹਦੇ ਵਿੱਚ ਮੁਲਾਜ਼ਮ ਵੀ ਆਉਂਦੇ ਆ, ਵਿਦਿਆਰਥੀ ਵੀ ਆਉਂਦੇ ਆ, ਜਿਹਦੇ ਵਿੱਚ ਆੜ੍ਹਤੀਏ ਵੀ ਆਉਂਦੇ ਹੈਗੇ ਆ। ਸੋ ਇਸ ਤਰੀਕੇ ਨਾਲ ਕਿਸਾਨਾਂ ਨੇ ਬੜੀ ਸ਼ਿੱਦਤ ਨਾਲ, ਬੜੀ ਮਜ਼ਬੂਤੀ ਨਾਲ, ਬੜੇ ਡਿਸਿਪਲਿਨ ਨਾਲ ਇਹ ਸੰਘਰਸ਼ ਜਿਹੜਾ ਉਹ ਨੇਪਰੇ ਚਾੜ੍ਹਿਆ। 8 ਮਹੀਨੇ ਤਾਂ 26 ਤਰੀਕ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਹੋ ਜਾਣੇ ਆ, ਪਰੰਤੂ ਇਹ ਸੰਘਰਸ਼ ਉਦੋਂ ਪਹਿਲਾਂ ਦਾ ਚੱਲ ਰਿਹਾ ਹੈਗਾ। ਇਹ ਪਹਿਲਾਂ ਪੰਜਾਬ ਪੱਧਰ ਤੇ ਸੀਗਾ, ਸੋ ਲਗਭਗ 2 ਸਾਲ ਹੀ ਹੋ ਜਾਣੇ ਆ ਜੀ। ਤੇ ਇੰਨਾ ਲੰਮਾ ਸਮਾਂ ਕਿਸੇ ਸੰਘਰਸ਼ ਨੂੰ ਡਿਸਿਪਲਿਨ ਵਿੱਚ ਰਹਿ ਕੇ ਚਲਾਉਣਾ, ਔਰ ਉਹਦੀ ਜਿਹੜੀ ਆ ਗਿਣਤੀ ਉਹ ਦਿਨੋਂ ਦਿਨ ਵਧਣੀ, ਜੋਸ਼ ਵਧਣਾ, ਇਹਦਾ ਜਿਹੜਾ ਕ੍ਰੈਡਿਟ ਹੈਗਾ ਉਹ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਆ। ਇਸ ਵੇਲੇ ਭਾਵੇਂ ਹਰਿਆਣੇ ਦੇ ਕਿਸਾਨ ਵੀ ਨਾਲ ਨੇ, ਯੂਪੀ ਦੇ ਕਿਸਾਨ ਵੀ ਨਾਲ ਨੇ, ਰਾਜਸਥਾਨ ਦੇ ਕਿਸਾਨ ਵੀ ਨਾਲ ਨੇ, ਮੱਧ ਪ੍ਰਦੇਸ਼ ਦੇ, ਲਗਭਗ ਸਾਰੇ ਭਾਰਤ ਦੇ ਕਿਸਾਨ ਜਿਹੜੇ ਆ ਉਹ ਮੋਰਚੇ ਵਿੱਚ ਸ਼ਾਮਲ ਨੇ, ਪਰੰਤੂ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਪੰਜਾਬ ਤੋਂ ਹੋਈ ਆ। ਔਰ ਇਹ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਜੇ ਇਹ ਅੰਦੋਲਨ ਕਾਮਯਾਬ ਹੋਇਆ ਤਾਂ ਇਹ ਉਹਦੇ ਲਈ
ਬੜੀ ਫਖਰ ਵਾਲੀ ਗੱਲ ਹੈਗੀ ਆ। ਜਿਹੜੇ ਕਈ ਲੋਕੀ ਤੁਸੀਂ ਦੱਸਿਆ ਨਾ ਬਈ ਇਹ ਗੱਲਾਂ ਕਰਦੇ ਆ ਬਈ ਇੰਨੇ ਚਿਰ 'ਚ ਖੱਟਿਆ ਕੀ ਆ, ਅਸਲ ਦੇ ਵਿੱਚ ਗੱਲ ਇਹ ਆ ਕਿ ਹਰ ਬੰਦੇ ਦੀ ਆਪਣੀ ਆਪਣੀ ਸਮਝ ਆ। ਜਿੰਨੀ ਜਿੰਨੀ ਕਿਸੇ ਦੀ ਸਮਝ ਆ ਉਹਦੇ ਉਹਦੇ ਮੁਤਾਬਕ ਉਹ ਇਹਦਾ ਨਿਰਣਾ ਕਰਦਾ ਆ। ਜਿੱਦਾਂ ਤੁਸੀਂ ਉਹ ਪੁਰਾਣੀ ਕਹਾਣੀ ਸੁਣੀ ਹੋਣੀ ਆ ਬਈ ਅੰਨੇ ਜਿਹੜੇ ਆ ਉਹ ਉਹਨਾਂ ਨੂੰ ਹਾਥੀ ਲਾਗੇ ਲੈ ਗਏ ਤੇ ਉਹਨਾਂ ਨੂੰ ਪੁੱਛਣ ਲੱਗੇ ਵੀ ਹਾਥੀ ਕਿੱਦਾਂ ਦਾ, ਤੇ ਉਹ ਜਿਹਦਾ ਤਾਂ ਹਾਥੀ ਦੇ ਲੱਤ ਨੂੰ ਹੱਥ ਪਿਆ ਉਹ ਕਹਿੰਦਾ ਜੀ ਥੰਮਲੇ ਵਰਗਾ, ਜਿਹਦਾ ਪੂਛ ਨੂੰ ਹੱਥ ਪਿਆ ਕਹਿੰਦਾ ਜੀ ਇਹ ਝਾੜੂ ਵਰਗਾ। ਸੋ ਇਸੇ ਤਰ੍ਹਾਂ ਜਿੰਨੀ ਜਿੰਨੀ ਕਿਸੇ ਦੀ ਸਮਝ ਹੈਗੀ ਆ ਉਹਦੇ ਉਹਦੇ ਮੁਤਾਬਕ ਬਾਕੀ ਇਹ ਆਪਾਂ ਫਿਰ ਕਿਸੇ ਦਿਨ ਕਰਾਂਗੇ ਵੀ ਕਿੰਨਾ ਕੁਝ ਕਿਸਾਨੀ ਅੰਦੋਲਨ ਨੇ ਖੱਟਿਆ ਔਰ ਸਮਾਜ ਨੂੰ ਦਿੱਤਾ ਆ। ਹਾਲ ਦੀ ਘੜੀ ਇਹ ਆ ਕਿ ਜਿਵੇਂ ਤੁਸੀਂ ਕਿਹਾ ਵੀ 7 ਸਾਲਾਂ ਦੇ ਵਿੱਚ ਮੋਦੀ ਨਾਲ ਅੱਖ 'ਚ ਅੱਖ ਪਾ ਕੇ ਕਿਸੇ ਨੇ ਗੱਲ ਨਹੀਂ ਕੀਤੀ, ਤਾਂ ਇਹ ਹੁਣ ਕਿਸਾਨੀ ਅੰਦੋਲਨ ਆ ਜਿਹੜੇ ਕਿਸਾਨ ਆਗੂ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਹੀ ਨਹੀਂ ਕਰ ਰਹੇ, ਬਲਕਿ ਉਹਨਾਂ ਨੇ ਬੜੀ ਸਮਝਦਾਰੀ ਨਾਲ ਇਸ ਜਿਹੜਾ ਮੌਨਸੂਨ ਰੁੱਤ ਦਾ ਸੈਸ਼ਨ ਆ ਪਾਰਲੀਮੈਂਟ ਦਾ, ਉਹਦੇ 'ਚ ਉਹਨਾਂ ਨੇ ਇਹ ਕਰ ਲਿਆ ਬਈ ਕਿ ਅਸੀਂ ਯਾਨੀ ਕਿਸਾਨ ਅੰਦੋਲਨ ਵਾਲੇ ਜਿਹੜੇ ਆ ਉਹ 200 ਦਾ ਜਥਾ ਲੈ ਕੇ ਪਾਰਲੀਮੈਂਟ ਹਾਊਸ ਜਾਣਗੇ ਤੇ ਪਾਰਲੀਮੈਂਟ ਦੇ ਬਾਹਰ ਕਿਸਾਨਾਂ ਦੀ ਪਾਰਲੀਮੈਂਟ ਜਿਹੜੀ ਆ ਉਹ ਲਾਉਣਗੇ, ਜਿਹਦੇ ਵਿੱਚ ਉਹ ਆਪਣਾ ਜਿਹੜਾ ਮੋਕ ਸਪੀਕਰ ਆ, ਡਿਪਟੀ ਸਪੀਕਰ ਆ, ਉਹ ਵੀ ਚੁਣਨਗੇ ਔਰ ਨਾਲ ਦੀ ਨਾਲ ਜਿਹੜੇ ਪਾਰਲੀਮੈਂਟ ਦੇ ਮੈਂਬਰ ਭਾਵ ਜਿਹੜੇ ਕਿਸਾਨ ਪੰਚਾਇਤ ਵਾਲੇ ਆ ਉਹ ਕਿਸਾਨੀ ਬਾਰੇ ਮੁੱਦਿਆਂ ਬਾਰੇ ਦੱਸਣਗੇ। ਕਈ ਵਾਰੀ ਇਹ ਭੁਲੇਖੇ ਆ ਜਾਂਦੇ ਆ, ਪੱਤਰਕਾਰ ਜਾਂ ਕਈ ਵਾਰੀ ਏਜੰਸੀਆਂ ਜਿਹੜੀਆਂ ਉਹ ਖਬਰਾਂ ਦੇ ਦਿੰਦੀਆਂ ਆ। ਕਿਸਾਨ ਮੋਰਚੇ ਨੇ ਸਪਸ਼ਟ ਕੀਤਾ ਆ ਕਿ ਸਾਡਾ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਕੇਵਲ ਪਾਰਲੀਮੈਂਟ ਹਾਊਸ ਜਾ ਕੇ ਪਾਰਲੀਮੈਂਟ ਹਾਊਸ ਦੇ ਬਾਹਰ ਇੱਕ ਕਿਸਾਨਾਂ ਦੀ ਪਾਰਲੀਮੈਂਟ ਜਿਹੜੀ ਆ ਉਹ ਲਾਉਣੀ ਆ ਤੇ ਜਿਹਦੇ ਵਿੱਚ ਅਸੀਂ ਆਪਣਾ ਜਿਹੜਾ ਸਾਰਾ ਮੁਤਾਲਬਾ ਆ ਉਹ ਕਰਨਾ ਆ। ਉਹਦੇ ਲਈ ਉਹਨਾਂ ਨੇ ਇੱਕ ਬੜੀ ਸਿਆਣਪ ਵਾਲੀ ਗੱਲ ਕੀਤੀ। ਹਾਂਜੀ, ਸਿਆਣਪ ਵਾਲੀ ਗੱਲ ਇਹ ਕੀਤੀ ਕਿ ਉਹਨਾਂ ਨੇ ਜਿਹੜੀਆਂ ਪਾਰਟੀਆਂ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਕਰਦੀਆਂ ਆ, ਭਾਵ ਜਿਨ੍ਹਾਂ ਦੇ ਪਾਰਲੀਮੈਂਟ ਦੇ ਮੈਂਬਰ ਹੈਗੇ ਆ, ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਤੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ, ਖਾਸ ਕਰਕੇ ਜਿਹੜੇ ਅਪੋਜੀਸ਼ਨ ਦੇ ਆ, ਗੈਰ ਭਾਜਪਾ ਜਿਹੜੇ ਜਾਂ ਭਾਜਪਾ ਦੇ ਅਲਾਈਜ਼ ਤੋਂ ਬਿਨਾਂ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ, ਉਹਨਾਂ ਨੇ ਦਰਖਾਸਤ ਕੀਤੀ ਆ, ਵਿਪ ਜਾਰੀ ਕੀਤਾ, ਉਹਨਾਂ ਨੂੰ ਮੈਂਡੇਟਰੀ ਉਹਨਾਂ ਲਈ ਕੀਤਾ ਕਿ ਬਈ ਉਹ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਉਠਾਉਣ ਤੇ ਵਾਕਆਊਟ ਕਰਨ ਦੀ ਬਜਾਏ ਪਾਰਲੀਮੈਂਟ ਦੇ ਅੰਦਰ ਰਹਿ ਕੇ ਵਿਰੋਧ ਕਰਨ। ਉਹਨਾਂ ਨੂੰ ਬੇਸ਼ੱਕ ਪਾਰਲੀਮੈਂਟ ਤੋਂ ਸਸਪੈਂਡ ਕੀਤਾ ਜਾਂਦਾ ਆ ਜਾਂ ਜਿਹੜੇ ਮਾਰਸ਼ਲ ਆ ਉਹਨਾਂ ਰਾਹੀਂ ਉਹਨਾਂ ਨੂੰ ਬਾਹਰ ਸੁੱਟਿਆ ਜਾਂਦਾ ਆ, ਜੋ ਮਰਜ਼ੀ ਕੀਤਾ ਜਾਂਦਾ ਆ, ਉਹ ਇਹਨੂੰ ਫੇਸ ਕਰਨ ਤੇ ਉਹਨਾਂ ਚਿਰ ਪਾਰਲੀਮੈਂਟ ਨਾ ਚੱਲਣ ਦੇਣ ਜਿੰਨਾ ਚਿਰ ਕਿਸਾਨੀ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਜਾਂ ਉਹਨਾਂ ਤੇ ਵਿਚਾਰ ਕਰਨ ਲਈ ਜਿਹੜੀ ਪਾਰਲੀਮੈਂਟ ਹੈ ਉਹ ਤਿਆਰ ਨਹੀਂ ਹੁੰਦੀ। ਤੇ ਹੋਇਆ ਇਹ ਕਿ ਪਾਰਲੀਮੈਂਟ ਦਾ ਸੈਸ਼ਨ ਜਦੋਂ ਸ਼ੁਰੂ ਹੋਇਆ ਤਾਂ ਉਦੋਂ ਜਿਹੜਾ ਨੋਟਿਸ ਦਿੱਤਾ ਸੀਗਾ ਪਾਰਲੀਮੈਂਟ ਦੇ ਮੈਂਬਰਾਂ ਨੇ, ਜਿਨ੍ਹਾਂ 'ਚ ਕਾਂਗਰਸ ਦੇ ਮਨੀਸ਼ ਤਿਵਾੜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਬਾਦਲ, ਇਹਨਾਂ ਦੋਨਾਂ ਦੇ ਨੋਟਿਸ ਦੇ ਉੱਤੇ ਜਿਹੜਾ ਉਹਨਾਂ ਦੀ ਸਪੋਰਟ ਹੈਗੀ ਆ ਉਹ ਬਾਕੀ ਸਾਰੀਆਂ ਲਗਭਗ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਆ, ਜਿਨ੍ਹਾਂ 'ਚ CPIM ਵੀ ਆ, TMC ਵੀ ਆ, ਜਿਨ੍ਹਾਂ ਦੇ ਵਿੱਚ DMK ਵੀ ਆ। ਸੋ ਇੱਦਾਂ ਉਹਨਾਂ ਨੇ ਸਾਰਿਆਂ ਨੇ ਜਦੋਂ ਇਹ ਗੱਲ ਸ਼ੁਰੂ ਹੋਣ ਲੱਗੀ, ਜਦੋਂ ਮੋਦੀ ਸਾਹਿਬ ਆਪਣੇ ਜਿਹੜੇ ਨਵੇਂ ਮੰਤਰੀ ਬਣਾਏ ਆ ਉਹਨਾਂ ਨੂੰ ਸਹੁੰ ਚੁਕਾਰੇ ਸੀਗੇ, ਤਾਂ ਆਪੋਜੀਸ਼ਨ ਵਾਲਿਆਂ ਨੇ ਇਹ ਮੰਗ ਕੀਤੀ ਪਈ ਬਾਕੀ ਗੱਲਾਂ ਬਾਅਦ 'ਚ ਕਰੋਗੇ, ਪਹਿਲਾਂ ਜਿਹੜੇ ਕਿਸਾਨੀ ਮੰਗਾਂ ਵਾਲੀ ਗੱਲ ਹੈਗੀ ਆ ਜਾਂ ਬਾਕੀ ਜਿਹੜੇ ਸਾਡੇ ਮੁੱਦੇ ਹੈਗੇ ਆ ਉਹਨਾਂ ਦੀ ਪਹਿਲਾਂ ਗੱਲ ਕਰੋ। ਤੇ ਉਹਦੇ ਵਿੱਚ ਇੰਨਾ ਰੌਲਾ ਰੱਪਾ ਪੈ ਗਿਆ ਬਈ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਆ ਉਹਨੂੰ ਮੁਲਤਵੀ ਕਰਨਾ ਪਿਆ। ਲੋਕ ਸਭਾ ਦੇ ਵਿੱਚ ਵੀ ਇੰਝ ਹੀ ਹੋਇਆ ਤੇ ਰਾਜ ਸਭਾ ਦੇ ਵਿੱਚ ਵੀ ਇੰਝ ਹੀ ਹੋਇਆ।
ਤੇ ਹੁਣ ਇਹ ਵੀਰਵਾਰ ਤੱਕ ਜਿਹੜੀ ਕਾਰਵਾਈ ਆ ਉਹ ਮੁਲਤਵੀ ਆ ਪਾਰਲੀਮੈਂਟ ਦੀ। ਸੋ ਇਹ ਮੈਂ ਸਮਝਣਾ ਬਈ ਜੇ ਕੋਈ ਸੋਚਣ ਵਾਲਾ ਸਮਝਣ ਵਾਲਾ ਬੰਦਾ ਹੋਵੇ ਤਾਂ ਇਦੋਂ ਵੱਧ ਪ੍ਰਾਪਤੀ ਕਿਸਾਨ ਮੋਰਚੇ ਦੀ ਕੀ ਹੋ ਸਕਦੀ ਆ ਕਿ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੈਂਬਰਾਂ ਨੇ ਇੱਕ ਵਾਰੀ ਪਾਰਲੀਮੈਂਟ ਜਿਹੜੀ ਆ ਉਹ ਜਾਮ ਕਰ ਦਿੱਤੀ ਆ, ਲੋਕ ਸਭਾ ਵੀ ਜਾਮ ਕਰ ਦਿੱਤੀ ਤੇ ਰਾਜ ਸਭਾ ਵੀ ਜਾਮ ਕਰ ਦਿੱਤੀ, ਔਰ ਗਾਂ ਵਾਸਤੇ ਵੀ ਉਹਨਾਂ ਨੂੰ ਇੱਕ ਤਰੀਕੇ ਦਾ ਚੈਲੰਜ ਕੀਤਾ ਹੈਗਾ ਕਿ ਬਈ ਜਿੰਨਾ ਚਿਰ ਤੁਸੀਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੇ, ਨਹੀਂ ਗੱਲ ਕਰਦੇ, ਉਹਨਾਂ ਚਿਰ ਪਾਰਲੀਮੈਂਟ ਜਿਹੜੀ ਆ ਉਹ ਨਹੀਂ ਚੱਲਣ ਦਿੱਤੀ ਜਾਵੇਗੀ। ਔਰ ਇਹ ਕਿਸਾਨਾਂ ਨੂੰ ਜਿੱਥੇ ਉਹਨਾਂ ਨੇ ਹੋਰ ਬਹੁਤ ਸਾਰੇ ਸਮੇਂ ਜਿਹੜੇ ਆ ਉਹਨਾਂ ਦੇ ਉੱਤੇ ਨਾਜ਼ੁਕ ਸਮਿਆਂ ਦੇ ਉੱਤੇ ਡਿਸਪਲਿਨ ਦਿਖਾਇਆ, ਔਰ ਇਹ ਜਿਹੜੀ ਉਹਨਾਂ ਦੀ ਪ੍ਰਾਪਤੀ ਆ ਇਹਦੇ ਲਈ ਕਿਸਾਨ ਜਿੱਥੇ ਵਧਾਈ ਦੇ ਪਾਤਰ ਆ, ਉੱਥੇ ਮੁਲਕ ਦੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਆ, ਖਾਸ ਕਰਕੇ ਜਿਨ੍ਹਾਂ ਦੀ ਪ੍ਰਤੀਨਿਧਤਾ ਪਾਰਲੀਮੈਂਟ ਦੇ ਵਿੱਚ ਆ, ਉਹਨਾਂ ਨੇ ਵੀ ਆਪਣਾ ਫਰਜ਼ ਪਛਾਣਿਆ। ਇਹ ਇੱਕ ਬੜੀ ਵਧੀਆ ਕੋਆਰਡੀਨੇਸ਼ਨ ਆ ਜਿਹਦੇ ਵਿੱਚ ਕਿਸਾਨ ਮੋਰਚਾ ਜਿਹੜਾ ਆ ਉਹ ਪਾਰਲੀਮੈਂਟ ਦੇ ਬਾਹਰ ਸਟਰਗਲ ਕਰ ਰਿਹਾ, ਔਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਪਾਰਲੀਮੈਂਟ ਦੇ ਅੰਦਰ ਸਟਰਗਲ ਕਰ ਰਹੀਆਂ ਜੀ। ਬਿਲਕੁਲ ਕਾਲੂ ਸਾਹਿਬ, ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨੇ ਪ੍ਰੈਸ਼ਰ ਡਿਵੈਲਪ ਕੀਤਾ ਸੀਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਸਾਡਾ ਢਾਂਚਾ ਹੈ ਨਾ ਜੀ, ਉੱਥੇ ਜਿਸ ਤਰ੍ਹਾਂ ਦਾ ਸਿਸਟਮ ਹੈ ਭਾਰਤ ਵਿੱਚ, ਆਪਾਂ ਸਾਰੇ ਸਮਝਦੇ ਹਾਂ ਕਿ 19-21 ਦੇ ਫਰਕ ਨਾਲ ਹਮਾਮ 'ਚ ਸਾਰੇ ਹੀ ਨੰਗੇ ਆ। ਕਾਂਗਰਸ ਪਾਰਟੀ ਅਗਰ ਪਾਵਰ 'ਚ ਹੁੰਦੀ ਤੇ ਇਹੀ ਲੜਾਈ ਉਹਨਾਂ ਨਾਲ ਲੜਨੀ ਪੈਣੀ ਸੀਗੀ, ਪਰ ਜਿਸ ਤਰੀਕੇ ਨਾਲ ਹਾਲਾਤ ਬਦਲੇ, ਇੱਕ ਵੱਡੀ ਮੂਵਮੈਂਟ ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਸਿਰ ਸਿਹਰਾ ਵੱਜਿਆ ਇਸ ਗੱਲ ਦਾ, ਔਰ ਉਹਦੇ ਵਿੱਚੋਂ ਵੀ ਅੱਗੇ ਇੱਕ ਖਾਸ ਜਿਹੜਾ ਅੱਗੇ ਇੱਕ ਕਹਿ ਲਓ ਵੀ ਇੱਕ ਵਰਗ ਹੈ ਕਿਸਾਨੀ, ਜਿਹਨੂੰ ਇੱਕ ਪਾਸੇ ਤੇ ਸਾਡੇ ਜਿਹੜੇ ਸ਼ਾਸਨ ਕਰਨ ਵਾਲੇ ਲੋਕ ਨੇ ਉਹ ਦੇਵਤੇ ਸਮਝਦੇ ਆ, ਕਦੀ ਰੱਬ ਦਾ ਰੂਪ ਕਹਿੰਦੇ ਆ, ਕਦੀ ਕਿਸਾਨ ਨੂੰ ਭਗਵਾਨ ਕਹਿੰਦੇ ਆ, ਫਿਲਮਾਂ ਵਿੱਚ ਵੱਡੇ ਵੱਡੇ ਵਿਸ਼ੇਸ਼ਣ ਉਹਨਾਂ ਨਾਲ ਲਾਉਂਦੇ ਆ, ਪਰ ਜਦੋਂ ਉਹ ਆਪਣੀ ਕੋਈ ਮੰਗ ਲਿਖ ਕੇ ਬਾਹਰ ਆਏ ਤੇ ਉਹਨਾਂ ਨੂੰ ਜਿੱਦਾਂ ਨਜ਼ਰਅੰਦਾਜ਼ ਕੀਤਾ ਗਿਆ, ਉਹਨੂੰ ਲੈ ਕੇ ਭਾਰੀ ਰੋਸ ਸੀਗਾ। ਤੇ ਹੁਣ ਹਾਲਾਤ ਇਸ ਤਰ੍ਹਾਂ ਦੇ ਬਦਲ ਗਏ ਕਿ ਕਿਸਾਨ ਅੰਦੋਲਨ ਨੂੰ ਕੋਈ ਵੀ ਪੋਲੀਟੀਕਲ ਧਿਰ ਜਿਹੜੀ ਆ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਤੇ ਮਜਬੂਰੀ ਉਹਨਾਂ ਦੀ ਬਣ ਗਈ ਹੈ ਕਿ ਉਹਨਾਂ ਨੂੰ ਮੋਦੀ ਸਰਕਾਰ ਦੇ ਖਿਲਾਫ ਉਹ ਕੁਝ ਕਰਨਾ ਪੈਗਾ, ਨਹੀਂ ਤੇ ਉਹਨਾਂ ਦੀ ਹੋਂਦ ਜਿਹੜੀ ਆ ਉਹ ਜ਼ਮੀਨੀ ਪੱਧਰ ਤੇ ਖਤਮ ਹੋਣ ਦੇ ਚਾਂਸ ਬਹੁਤ ਜ਼ਿਆਦਾ ਬਣ ਗਏ ਜੀ। ਬਿਲਕੁਲ ਠੀਕ ਗੱਲ ਹੈ ਜੀ ਕਿ ਕਿਸੇ ਵੇਲੇ ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ, ਇਹ ਜਿਹੜੇ ਆ ਇਹ ਕਿਸਾਨ ਲੀਡਰ, ਪੋਲੀਟੀਕਲ ਲੀਡਰ ਤਾਂ ਸੀਗੇ, ਪਰ ਇਹਨਾਂ ਦਾ ਆਧਾਰ ਜਿਹੜਾ ਆ ਉਹ ਕਿਸਾਨੀ ਵਿੱਚ ਸੀਗਾ। ਔਰ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਕਿਸਾਨ ਮੂਵਮੈਂਟ ਆ, ਕਿਸਾਨ ਅੰਦੋਲਨ, ਕਿਸਾਨ ਸ਼ਕਤੀ ਜਿਹੜੀ ਆ, ਉਹਨੂੰ ਇਸ ਹੱਦ ਤੱਕ ਮਾਨਤਾ ਮਿਲ ਗਈ ਆ ਕਿ ਇਸ ਵੇਲੇ ਜਿਹੜੀਆਂ ਗਿੱਲ ਸਾਹਿਬ 2022 ਦੀਆਂ ਪੰਜਾਬ 'ਚ ਚੋਣਾਂ ਹੋਣੀਆਂ ਨਾ, ਉਹਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਆ, ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ, ਉਹ ਕੋਸ਼ਿਸ਼ ਕਰ ਰਹੀਆਂ ਆ ਕਿ ਅਸੀਂ ਸਾਬਤ ਕਰੀਏ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਜ਼ਿਆਦਾ ਹਮਾਇਤੀ ਹਾਂ। ਔਰ ਉਹਦਾ ਕਾਰਨ ਇਹੋ ਹੀ ਆ ਕਿ ਇਸ ਵੇਲੇ ਕਿਸਾਨ ਅੰਦੋਲਨ ਨੇ ਕਿਸਾਨ ਦੀ ਜਿਹੜੀ ਸ਼ਕਤੀ ਹੈਗੀ ਆ ਉਹਨੂੰ ਮਾਨਤਾ ਦਿਵਾਤੀ ਆ, ਔਰ ਉਹਦੇ 'ਚ ਮੈਂ ਮਹਿਸੂਸ ਕਰਦਾ ਕਿ ਕਾਰਨ ਉਹਦਾ ਇਹ ਆ ਕਿ ਜਿਹੜੀਆਂ ਸਹੂਲਤਾਂ ਲਈ ਬੰਦੇ ਲੜਦੇ ਆ, ਸਹੂਲਤਾਂ ਲਈ ਕੋਈ ਜਿਹੜੇ ਅੰਦੋਲਨ ਹੁੰਦੇ ਆ, ਜਾਂ ਛੋਟੀਆਂ ਮੰਗਾਂ ਲਈ ਜਿਹੜੇ ਅੰਦੋਲਨ ਹੁੰਦੇ ਆ, ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਉਸ ਪੱਧਰ ਦੀ ਨਹੀਂ ਹੁੰਦੀ। ਇਹ ਜਿਹੜੀ ਪਾਰਟਿਸਿਪੇਸ਼ਨ ਇੰਨੀ ਜ਼ਿਆਦਾ ਹੋਈ ਆ, ਉਹਦਾ ਵੱਡਾ ਕਾਰਨ ਇਹ ਆ ਕਿ ਇਹ ਕਿਸਾਨ ਦੀ ਹੋਂਦ ਜਿਹੜੀ ਆ ਉਹ ਖਤਰੇ 'ਚ ਪੈ ਗਈ ਆ ਕਿ ਜ਼ਮੀਨਾਂ ਜਿਹੜੀਆਂ ਉਹਦੇ ਕੋਲ ਖੁੱਸ ਜਾਣੀਆਂ, ਤੇ ਉਹਨੇ ਆਪਣੀ ਜ਼ਮੀਨ ਦੇ ਵਿੱਚ ਇੱਕ ਵਿਚਾਰਾ ਜਿਹੜਾ ਮਜ਼ਦੂਰ ਬਣ ਕੇ ਰਹਿ ਜਾਣਾ ਆ। ਸੋ ਹੁਣ ਇਹ ਇੱਦਾਂ ਕਹਿ ਲਓ ਬਈ ਕਰੋ ਜਾਂ ਮਰੋ ਦੀ ਲੜਾਈ ਹੋਣ ਕਰਕੇ ਇਹਦੇ ਵਿੱਚ ਇੰਨੀ ਸ਼ਮੂਲੀਅਤ ਜਿਹੜੀ ਆ ਉਹ ਹੋਈ ਆ, ਤੇ ਡੈਫੀਨੇਟਲੀ ਲੀਡਰਸ਼ਿਪ ਨੂੰ ਤਾਂ ਇਹਦਾ ਜਿਹੜਾ ਕ੍ਰੈਡਿਟ ਆ ਉਹ ਜਾਂਦਾ ਹੀ ਜਾਂਦਾ ਆ। ਹੁਣ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਇਹ ਅਫੋਰਡ ਹੀ ਨਹੀਂ ਕਰਦੀ ਕਿ ਉਹ ਕਿਸਾਨੀ ਅੰਦੋਲਨ ਦੇ ਨਾਲ ਜੁੜ ਕੇ ਕਿਸਾਨੀ ਅੰਦੋਲਨ ਦੀ ਹਮਾਇਤ ਨਾ ਕਰੇ। ਸੋ ਜਿਹੜੀ ਕਿਸਾਨ ਸ਼ਕਤੀ ਆ, ਅਸੀਂ ਬਚਪਨ ਤੋਂ ਜਦੋਂ ਤੋਂ ਪੜ੍ਹਨਾ ਸ਼ੁਰੂ ਕੀਤਾ ਉਦੋਂ ਤੋਂ ਪੜ੍ਹਦੇ ਆਉਂਦੇ ਆ ਬਈ ਭਾਰਤ ਜਿਹੜਾ ਆ ਉਹ ਪਿੰਡਾਂ ਦਾ ਦੇਸ਼ ਆ। ਭਾਰਤ ਇੱਕ ਰੂਰਲ ਕੰਟਰੀ ਆ ਜਿਹਦੇ ਵਿੱਚ 80% ਦੇ ਕਰੀਬ ਜਿਹੜੇ ਲੋਕ ਆ
ਉਹ ਖੇਤੀਬਾੜੀ ਤੇ ਨਿਰਭਰ ਨੇ। ਤੇ ਖੇਤੀਬਾੜੀ ਦਾ ਮਤਲਬ ਕੀ ਹੈ? ਖੇਤੀਬਾੜੀ ਦਾ ਮਤਲਬ ਤਾਂ ਕਿਸਾਨੀ ਆ ਨਾ। ਤੇ ਜੇ ਕਿਸਾਨੀ ਅਸੀਂ ਖਤਮ ਕਰ ਦੇਣੀ ਆ, ਜਿੱਦਾਂ ਤੁਸੀਂ ਕਿਹਾ ਵੀ ਫਿਲਮਾਂ 'ਚ ਵਿਸ਼ੇਸ਼ਣ ਦੇ ਦੇਣੇ ਆ ਜਾਂ ਕਾਗਜ਼ਾਂ 'ਚ ਵਿਸ਼ੇਸ਼ਣ ਦੇ ਦੇਣੇ ਆ, ਉਹ ਹੁਣ ਜਿਹੜੀ ਲਿਪਾ ਪੋਤੀ ਆ ਉਹਦੇ ਨਾਲ ਕਿਸਾਨ ਜਿਹੜੇ ਆ ਉਹ ਬਿਲਕੁਲ ਭਰਮਾਏ ਨਹੀਂ ਜਾ ਸਕਦੇ। ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਭਈ ਅਸਲੀਅਤ ਕੀ ਆ, ਸਾਨੂੰ ਕਿਹਾ ਕੀ ਜਾਂਦਾ ਤੇ ਸਾਡੀ ਜਿਹੜੀ ਜ਼ਿੰਦਗੀ ਆ ਉਹਨੂੰ ਸੁਧਾਰਨ ਲਈ ਕੀਤਾ ਕੀ ਜਾਂਦਾ ਆ, ਸਾਡੇ ਨਾਲ ਦੋਹਰੇ ਮਾਪਦੰਡ ਜਿਹੜੇ ਆ ਉਹ ਕਿੱਦਾਂ ਵਰਤੇ ਜਾਂਦੇ ਆ। ਸੋ ਇਸ ਕਰਕੇ ਹੁਣ ਇਹ ਕਿਸਾਨੀ ਅੰਦੋਲਨ ਜਿਹੜਾ ਜੀ ਉਹ ਇਸ ਹੱਦ ਤੇ ਆ ਕੇ ਖੜ ਗਿਆ ਕਿ ਭਾਰਤ ਦੀ ਸਰਕਾਰ, ਜੇ ਪਾਰਲੀਮੈਂਟ ਜਾਮ ਹੋਈ ਆ ਤਾਂ ਇਹਦਾ ਮਤਲਬ ਇਹ ਆ ਕਿ ਭਾਰਤ ਸਰਕਾਰ ਜਿਹੜੀ ਆ ਉਹਨੂੰ ਜਾਮ ਕਰਕੇ ਰੱਖ ਦਿੱਤਾ ਹੈਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਵਰਤਾਰਾ ਜਿਹੜਾ ਆ ਉਹ ਜਾਰੀ ਰਹਿਣਾ ਹੈ ਜੀ। ਕਾਣੋ ਸਾਹਿਬ, ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ, ਜਿੱਦਾਂ ਮੈਂ ਵੀ ਇਹ ਗੱਲ ਸ਼ੁਰੂਆਤ 'ਚ ਕੀਤੀ ਆ ਕਿ ਉਹਨਾਂ ਦੀ ਮਜਬੂਰੀ ਬਣ ਗਈ ਆ ਕਿ ਕਿਸਾਨ ਅੰਦੋਲਨ ਨੂੰ ਅੱਖੋਂ ਪਰੋਖੇ ਬਹੁਤਾ ਚਿਰ ਨਹੀਂ ਕਰ ਸਕਦੇ, ਇਹਨਾਂ ਦੀ ਮਜਬੂਰੀ ਆ। ਜਿੱਥੋਂ ਤੱਕ ਨੈਸ਼ਨਲ ਪਾਰਟੀਆਂ ਦਾ ਸਵਾਲ ਆ, ਭਾਵੇਂ ਕਾਂਗਰਸ ਵੀ ਕਿਸਾਨ ਮੂਵਮੈਂਟ ਦੇ ਹੱਕ 'ਚ ਗੱਲ ਕਰ ਰਹੀ ਆ, ਪਰ ਜਦੋਂ ਕਿਤੇ ਪਾਵਰ 'ਚ ਆਉਣ ਦਾ ਮੌਕਾ ਮਿਲ ਗਿਆ ਉਹਨਾਂ ਨੂੰ, ਜਿੱਦਾਂ WTO ਨਾਲ ਸਮਝੌਤੇ ਆ, ਜਿਸ ਤਰੀਕੇ ਨਾਲ ਪਿਛਲਾ ਪਿਛੋਕੜ ਰਿਹਾ ਕਾਂਗਰਸ ਦਾ ਵੀ, ਕੀ ਆਪਾਂ ਨੂੰ ਉਮੀਦ ਹੈ ਕਿ ਇਹ ਲੋਕ ਇਹਨਾਂ ਗੱਲਾਂ ਤੇ ਖਰੇ ਉਤਰਨਗੇ, ਜਾਂ ਫਿਰ ਇਹ ਆਪਣਾ ਜਿਸ ਤਰ੍ਹਾਂ ਇਹ ਰੰਗ ਬਦਲਦੇ ਹੁੰਦੇ ਆ ਪਾਵਰ 'ਚ ਆਉਣ ਤੋਂ ਬਾਅਦ ਫਿਰ ਰੰਗ ਬਦਲ ਕੇ ਉਸ ਤਰ੍ਹਾਂ ਜਿਹੜਾ ਉਹ ਨਹੀਂ ਜਾਣਗੇ ਉਸ ਪਾਸੇ ਨੂੰ, ਜਿਸ ਤਰ੍ਹਾਂ BJP ਨੇ ਕੀਤਾ? BJP ਵੀ ਬੜਾ ਸਵਦੇਸ਼ੀ ਦਾ ਢੰਡੋਰਾ ਪਿੱਟਦੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਕਿ ਸਵਦੇਸ਼ੀ ਜਿਹੜੀ ਆ ਉਹਨੂੰ ਖਤਮ ਕਰ ਰਹੀ ਆ ਕਾਂਗਰਸ, ਸਾਡਾ ਮੁਲਕ ਜਿਹੜਾ ਆ ਉਹ ਆਪਣੇ ਸੱਭਿਆਚਾਰ ਆ, ਬਹੁਤ ਕੁਝ ਕਹਿੰਦੇ ਹੁੰਦੇ ਸੀ। ਤੇ ਸਾਰਾ ਕੁਝ ਹੀ ਹੁਣ ਉਹਨਾਂ ਨੇ ਗਿਰਵੀ ਰੱਖਤਾ ਇੰਟਰਨੈਸ਼ਨਲ ਕੰਪਨੀਆਂ ਦੇ ਸਾਹਮਣੇ, ਸਾਰਾ ਭਾਰਤ ਹੀ ਵੇਚਣਾ ਲਾਤਾ। ਮਤਲਬ ਇੱਕਦਮ ਹੀ ਯੂ ਟਰਨ ਲਿਆ, ਕਾਂਗਰਸ ਤੋਂ ਵੀ ਕਿਤੇ ਅੱਗੇ ਛੜੱਪੇ ਮਾਰ ਕੇ ਲੰਘ ਗਏ BJP ਵਾਲੇ। ਤੇ ਕੱਲ ਕਲੋਤਰ ਨੂੰ ਅਗਰ ਸੈਂਟਰ 'ਚ ਕੋਈ ਹੋਰ ਧਿਰ ਪਾਵਰ 'ਚ ਆਉਂਦੀ ਆ ਤੇ ਕੀ ਉਹ ਮੁੜ ਜਿਹੜਾ ਪੁਰਾਣਾ ਸਮਾਂ ਸੀ ਵਿਨੋਬਾ ਭਾਵੇ ਵਾਲਾ ਜਾਂ ਗਾਂਧੀ ਵਾਲਾ ਸਮਾਂ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਸਾਡਾ ਸਮਾਲ ਸਕੇਲ ਦਾ ਯੂਨਿਟ ਆ, ਕਿਉਂਕਿ ਭਾਰਤ ਦੇ ਹਾਲਾਤ ਦੁਨੀਆ ਨੂੰ ਬਿਲਕੁਲ ਵੱਖਰੇ ਆਪਾਂ ਦੇਖਦੇ ਹਾਂ। ਉੱਥੇ ਜਿਹੜਾ ਵਾ ਪਰਚੂਨ ਦਾ ਨਿੱਕਾ ਨਿੱਕਾ ਕੰਮ ਹੁੰਦਾ, ਰੇਹੜੀ ਲਾਉਂਦਾ ਕੋਈ ਕਿਸ ਤਰ੍ਹਾਂ ਪਕੌੜੇ ਕੱਢ ਕੇ ਆਪਣਾ ਰੋਜੀ ਰੋਟੀ ਚਲਾਉਂਦਾ ਹੈ। ਮਤਲਬ ਉਹ ਜਿਹੜਾ ਦੁਨੀਆ ਦੇ ਹੋਰ ਕਿਸੇ ਮੁਲਕਾਂ 'ਚ ਉਹ ਚੀਜ਼ ਨਹੀਂ ਵੇਖੀ ਜਾਂਦੀ। ਤੇ ਜਿਹੜੀਆਂ ਬਹੁ ਕੌਮੀ ਕੰਪਨੀਆਂ ਨੇ, ਇਹ ਸਾਰੇ ਕੁਝ ਨੂੰ ਆਪਣੇ ਵਲੇਵੇਂ 'ਚ ਲੈ ਕੇ ਉਹਨਾਂ ਲੋਕਾਂ ਦੇ ਰੁਜ਼ਗਾਰ ਖੋਹਣ ਦੇ ਤੁਲੀਆਂ। ਗੱਲ ਇਕੱਲੀ ਕਿਸਾਨੀ ਦੀ ਨਹੀਂ ਗੀ, ਗੱਲ ਆ ਕਿ ਜਿਹੜੇ WTO ਦੇ ਸਮਝੌਤੇ ਨੇ, ਕਿਸਾਨਾਂ ਨੂੰ ਵੀ ਇਹ ਪਤਾ ਲੱਗਿਆ ਕਿ ਸਾਡੀ ਲੜਾਈ ਮੋਦੀ ਨਾਲ ਨਹੀਂ ਆ, ਸਾਡੀ ਲੜਾਈ ਇੱਕ ਬਹੁਤ ਵੱਡੀ ਤਾਕਤ ਨਾਲ ਹੈ ਵਿਸ਼ਵ ਪੱਧਰ ਤੇ, ਜਿਹੜੀ ਗੱਲ ਨੂੰ ਦੁਨੀਆ ਨੇ ਰੈਕੋਗਨਾਈਜ਼ ਵੀ ਕੀਤਾ ਹੈ। ਤੇ ਕੀ ਭਾਰਤ ਦੀਆਂ ਉਹ ਤਾਕਤਾਂ ਜਿਹੜੀਆਂ ਨੇ, ਭਾਵੇਂ ਉਹ ਕਾਂਗਰਸ ਦੇ ਰੂਪ 'ਚ ਹੋਣ ਜਾਂ ਕਿਸੇ ਹੋਰ ਰੂਪ 'ਚ, ਕੀ ਉਹ ਕੱਲ ਨੂੰ ਕਿਸਾਨਾਂ ਦੇ ਉਸ ਜਿਹੜਾ ਬੇਸਿਕ ਆਧਾਰ ਹੈ, ਜਿਹੜੀ ਗੱਲ ਤੋਂ ਲੜਾਈ ਆ, ਉਹਦੇ ਨਾਲ ਖੜ ਸਕਣਗੀਆਂ? ਜਿਹੜੀ ਤੁਸੀਂ ਗੱਲ ਕਹਿੰਦੇ ਆ ਨਾ ਜੀ, ਉਹ ਇਸ ਹੱਦ ਤੱਕ ਠੀਕ ਆ ਕਿ WTO ਨੂੰ ਕਾਂਗਰਸ ਨੇ ਵੀ ਮਾਨਤਾ ਦਿੱਤੀ ਆ, ਉਹਨਾਂ ਨੇ ਸਮਝੌਤੇ ਕੀਤੇ ਆ, ਔਰ ਉਹਨੂੰ ਲਾਗੂ ਕਰਨ ਦੇ ਵਿੱਚ BJP ਜਿਹੜੀ ਆ ਉਹਦੇ ਨਾਲੋਂ 10 ਕਦਮ ਅੱਗੇ ਗਈ ਆ। ਪਰ ਨਾਲ ਦੀ ਨਾਲ ਗਿੱਲ ਸਾਹਿਬ ਇਹ ਵੀ ਆ ਕਿ ਜਦੋਂ ਕਾਂਗਰਸ ਪਾਵਰ ਦੇ ਵਿੱਚ ਸੀਗੀ ਤੇ BJP ਜਦੋਂ ਸਵਦੇਸ਼ੀ ਦੀ ਗੱਲ ਕਰਦੀ ਸੀਗੀ, ਤਾਂ ਉਸ ਵੇਲੇ ਲੋਕਾਂ ਦੇ ਵਿੱਚ ਆ ਜਿਹੜੀ ਚੇਤਨਤਾ ਆ ਹੁਣ ਕਿਸਾਨੀ ਨੇ ਪੈਦਾ ਕੀਤੀ, ਇਹ ਉਦੋਂ ਹੈ ਨਹੀਂ ਸੀਗੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਹਿਲੀ ਗੱਲ ਤਾਂ ਇਹ ਆ ਕਿ ਜਿੱਦਾਂ ਦੇ ਹੁਣ ਹਾਲਾਤ ਬਣੇ ਆ, ਜਿੱਦਾਂ ਦੀ ਚੇਤਨਤਾ ਇਸ ਕਿਸਾਨ ਅੰਦੋਲਨ ਨੇ ਭਾਰਤ ਦੇ ਵਿੱਚ ਪੈਦਾ ਕੀਤੀ ਆ, ਨਾ ਕੇਵਲ ਭਾਰਤ ਦੇ ਵਿੱਚ, ਇੱਕ ਤਰੀਕੇ ਨਾਲ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਗਈ ਆ। ਔਰ ਜਿੱਥੇ ਜਿੱਥੇ ਕਿਸਾਨੀ ਜਿਹੜੀ ਆ ਐਕਸਪਲਾਇਟ ਹੋ ਰਹੀ ਆ, ਉਹ ਭਾਵੇਂ ਵੱਡੇ ਮੁਲਕ ਹੋਣ, ਭਾਵੇਂ ਅਮਰੀਕਾ ਵਰਗੇ ਮੁਲਕ ਵੀ ਹੋਣ, ਛੋਟੇ ਮੁਲਕਾਂ ਦੀ ਤੁਸੀਂ ਗੱਲ ਛੱਡੋ, ਇਹ ਉੱਥੋਂ ਤੱਕ ਵੀ ਗੱਲ ਪਹੁੰਚੀ ਆ। ਤੇ ਮੈਨੂੰ ਇਹ ਮਹਿਸੂਸ ਹੁੰਦਾ ਹੈਗਾ, ਮੈਂ ਬੇਸਿਕਲੀ ਤੁਹਾਡੇ ਨਾਲ ਸਹਿਮਤ ਹਾਂ ਭਈ ਭਾਰਤ ਦੀ ਜਿਹੜੀ ਗੱਦੀ ਆ ਉਹ ਕਿਸੇ ਕੋਲ ਵੀ ਆ ਜਾਵੇ, ਉਹਨਾਂ ਨੇ WTO ਦੇ ਅਧੀਨ ਰਹਿ ਕੇ ਚੱਲਣਾ, ਕਾਰਪੋਰੇਟ ਸੈਕਟਰ ਦੇ ਅਧੀਨ ਰਹਿ ਕੇ ਚੱਲਣਾ। ਪਰ ਨਾਲ ਦੀ ਨਾਲ ਮੈਨੂੰ ਇਹ ਵੀ ਮਹਿਸੂਸ ਹੁੰਦਾ ਆ ਕਿ ਅੱਜ ਜਿਹੜੀ ਸਥਿਤੀ ਆ, ਉਹ ਜਿਹੜੀ ਕਿ ਇਹ ਮੇਨਟੇਨ ਰਹਿਣ ਦੀ ਸੰਭਾਵਨਾ ਆ, ਔਰ ਜਦੋਂ ਚੇਤਨਾ ਇੱਕ ਵਾਰੀ ਜਾਗਦੀ ਆ ਤਾਂ ਇੱਕਦਮ ਨਹੀਂ ਮੁੜ ਕੇ ਬੁੱਝਦੀ। ਤੇ ਜਿਹੜੀ ਸਰਕਾਰ ਬਣਨੀ ਆ ਅਗਲੀ 2024 ਦੇ ਵਿੱਚ, ਉਹ ਸ਼ਾਇਦ ਜਿਹੜੀਆਂ ਪਹਿਲੀਆਂ ਬਣੀਆਂ ਮੁੱਖ ਤੌਰ ਤੇ ਕਾਂਗਰਸ ਦੀ ਤੇ BJP ਦੀ,
ਸ਼ਾਇਦ ਇਹਦੇ ਨਾਲੋਂ ਕੋਈ ਡਿਫਰੈਂਟ ਵੀ ਹੋ ਸਕਦੀ ਆ। ਇਹ ਅਜੇ ਵੈਸੇ ਉਦਾਂ ਬੜੀ ਦੂਰ ਦੀ ਗੱਲ ਆ, ਪਰ ਫਿਰ ਵੀ ਸੰਭਾਵਨਾ ਇਹ ਬਣ ਰਹੀ ਆ। ਤੇ ਇਸ ਕਰਕੇ ਉਹਨਾਂ ਨੇ ਸਮਝੌਤੇ ਕੀਤੇ ਆ, ਲਾਗੂ ਕਰਨੇ ਆ, ਪਰ ਰਜਿਸਟੈਂਸ ਜਿਹੜੀ ਆ ਮੇਰਾ ਖਿਆਲ ਆ ਪਹਿਲਾਂ ਅੱਜ ਤੱਕ ਗਿੱਲ ਸਾਹਿਬ ਭਾਰਤ ਦੇ ਵਿੱਚ ਇਸ ਕਿਸਮ ਦੀ ਨਹੀਂ ਹੋਈ ਜਿੱਦਾਂ ਦੀ ਇਸ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਹੋਈ ਆ। ਸੋ ਅਸੂਲੀ ਤੌਰ ਤੇ, ਸਿਧਾਂਤਕ ਤੌਰ ਤੇ ਤੁਸੀਂ ਠੀਕ ਕਹਿ ਰਹੇ ਆ ਭਈ ਜਿਹੜੀ ਵੀ ਗਵਰਨਮੈਂਟ ਆਏਗੀ ਉਹਨੇ WTO ਦੇ ਥੱਲੇ ਲੱਗ ਕੇ ਚੱਲਣਾ, ਕਾਰਪੋਰੇਟ ਸੈਕਟਰ ਦੇ ਥੱਲੇ ਲੱਗ ਕੇ ਚੱਲਣਾ। ਪਰ ਅਗਲੇ ਬੰਨੇ ਜਿਹੜਾ ਦਰਿਆ ਵਗਦਾ WTO ਦਾ, ਕਾਰਪੋਰੇਟ ਸੈਕਟਰ ਦਾ, ਉਹਨੂੰ ਬੰਨ੍ਹ ਲਾਉਣ ਲਈ ਵੀ ਇੱਕ ਸ਼ਕਤੀ ਜਿਹੜੀ ਆ ਉਹ ਮੈਦਾਨ ਦੇ ਵਿੱਚ ਆ ਗਈ ਆ। ਸੋ ਇਹ ਹਾਲਾਤ ਜਿਹੜੇ ਆ ਜੀ ਹੁਣ ਡਿਫਰੈਂਟ ਨੇ। ਕੱਲ ਨੂੰ ਸਾਡੀ ਪੇਸ਼ੀਨਗੋਈ ਕਿੰਨੀ ਕੁ ਠੀਕ ਹੁੰਦੀ ਆ ਇਹ ਕਹਿ ਨਹੀਂ ਸਕਦੇ, ਪਰੰਤੂ ਇਹ ਡੈਫੀਨੇਟਲੀ ਪਹਿਲਾਂ ਦੇ ਹਾਲਾਤਾਂ ਨਾਲੋਂ ਹੁਣ ਵੱਖਰੇ ਹਾਲਾਤ ਬਣੇ ਆ ਜਿਹੜੇ ਕਿ ਲੋਕਾਂ ਦੇ ਹੱਕ ਦੇ ਵਿੱਚ ਜਾਂਦੇ ਆ ਜੀ। ਬਿਲਕੁਲ ਕਾਲੂ ਸਾਹਿਬ, ਬਿਲਕੁਲ ਤੁਸੀਂ ਠੀਕ ਇਹਦਾ ਸਾਰਾ ਵਿਸਤਾਰ ਚ ਮੈਨੂੰ ਦੱਸਿਆ ਹੈ। ਪਰ ਜਿੱਥੋਂ ਤੱਕ ਤੇ ਹੈ ਨੈਸ਼ਨਲ ਪਾਰਟੀਆਂ ਕੌਮੀ ਪੱਧਰ ਤੇ ਜਿਹੜੀਆਂ ਕੰਮ ਕਰਦੀਆਂ ਨੇ ਤੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਜਦੋਂ ਸਰਕਾਰ ਬਣਦੀ ਆ ਤੇ ਉਹਨਾਂ ਤੇ ਪ੍ਰੈਸ਼ਰ WT ਦਾ ਹੋ ਸਕਦਾ, ਪਰ ਜਿਹੜੀਆਂ ਸਟੇਟ ਲੈਵਲ ਦੀਆਂ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਮੈਨੂੰ ਲੱਗਦਾ ਕਿ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਬਣਦਾ। ਪਰ ਜਿਹੜੇ ਮਸਲੇ ਹੁਣ ਉਠਾਏ ਜਾ ਰਹੇ ਨੇ, ਕਿਉਂਕਿ ਘੱਟੋ ਘੱਟ ਪੰਜਾਬ, UP ਜਾਂ ਹੋਰ ਕੋਈ 2-3 ਸਟੇਟਾਂ, ਉੱਤਰਾਖੰਡ ਵਗੈਰਾ ਦੇ ਵਿੱਚ ਇਲੈਕਸ਼ਨ ਜਿਹੜੀ ਆ ਬਿਲਕੁਲ ਉਹਨਾਂ ਦੇ ਬਰੂਹਾਂ ਦੇ ਉੱਤੇ ਆ ਚੁੱਕੀ ਆ। 5-7 ਮਹੀਨੇ ਬਾਕੀ ਆ, ਅਗਲੇ ਸਾਲ ਫਰਵਰੀ ਦੇ ਵਿੱਚ ਮੇਰੇ ਖਿਆਲ ਇਲੈਕਸ਼ਨ ਹੋ ਜਾਣੇ ਆ ਜੇ ਸਭ ਕੁਝ ਠੀਕ ਰਿਹਾ ਤਾਂ। ਤੇ ਜਿਹੜੇ ਮੁੱਦੇ ਹੁਣ ਪੋਲੀਟੀਕਲ ਪਾਰਟੀਆਂ, ਖੇਤਰੀ ਦਲ ਵੀ ਉਭਾਰ ਰਹੇ ਨੇ, ਜੇ ਮੈਂ ਪੰਜਾਬ ਦੀ ਗੱਲ ਕਰ ਲਾਂ ਤੇ ਪੰਜਾਬ ਦੀਆਂ ਤਿੰਨੇ ਹੀ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਇੱਕ ਤਾਂ ਬੇਅਦਬੀ ਦੇ ਮਾਮਲੇ ਨੂੰ ਛਾਲਣ ਦਾ, ਕਿ ਬੇਅਦਬੀ ਦੇ ਮਾਮਲੇ ਨੂੰ ਅਸੀਂ ਕੈਸ਼ ਕਰਾ ਲਈਏ ਕਿਸ ਤਰ੍ਹਾਂ। ਇੱਕ ਮਾਮਲਾ ਜਿਹੜਾ ਪਿਛਲੀਆਂ ਇਲੈਕਸ਼ਨਾਂ 'ਚ ਬੜਾ ਮੁੱਦਾ ਸੀਗਾ ਨਸ਼ਿਆਂ ਦੇ ਖਾਤਮੇ ਦਾ, ਜਿਹਨੂੰ ਲੈ ਕੇ ਗੁਟਕਾ ਸਾਹਿਬ ਸਿਰ ਤੇ ਰੱਖ ਕੇ ਸਹੁੰ ਚੁੱਕੀ ਸੀ ਕੈਪਟਨ ਸਾਹਿਬ ਨੇ, ਦੂਜਾ ਮੁੱਦਾ ਉਹ ਛਾਲਿਆ ਜਾ ਰਿਹਾ। ਤੇ ਤੀਜਾ ਮੁੱਦਾ ਜਿਹੜਾ ਆ ਉਹ ਸੀਗਾ, ਉਹਨੂੰ ਥੋੜਾ ਜਿਹਾ ਹੋਰ ਤੇਜ਼ੀ ਫੜ ਲਈ ਜਦੋਂ ਕੇਜਰੀਵਾਲ ਨੇ ਬਿਜਲੀ ਦੇ ਉੱਤੇ ਆ ਕੇ ਗੱਲ ਕਰਤੀ ਤੇ ਬਿਜਲੀ ਦੇ ਸਮਝੌਤਿਆਂ ਨੂੰ ਦੁਬਾਰਾ ਜਿਹੜਾ ਆ ਉਹ ਜਾਂ ਤੇ ਕੈਂਸਲ ਕਰਨਾ ਜਿਹੜਾ 25 ਸਾਲ ਲਈ ਕਰ ਗਏ ਸੁਖਬੀਰ ਬਾਦਲ ਰੀ, ਜਾਂ ਉਹਨਾਂ ਨੂੰ ਉੱਤੇ ਦੁਬਾਰਾ ਰਿਵਿਊ ਕਰਨ ਦਾ ਮੁੱਦਾ ਹੈ। ਇਹ ਤਿੰਨ ਮੁੱਦੇ ਜਿਹੜੇ ਆ ਇਹੋ ਹੀ ਇਸ ਵੇਲੇ ਛਾਏ ਹੋਏ ਆ। ਤੇ ਜਿਹੜਾ 18 ਸੂਤਰੀ ਪ੍ਰੋਗਰਾਮ ਕੈਪਟਨ ਸਾਹਿਬ ਨੂੰ ਦਿੱਤਾ ਗਿਆ ਉਹਦੇ ਵਿੱਚ ਵੀ ਇਹ ਤਿੰਨ ਮੁੱਦੇ ਹੀ ਪ੍ਰਮੁੱਖ ਨੇ। ਯਾਨੀ ਕਿ ਕਿਸਾਨ ਮੁੱਦਾ ਤੇ ਕਿਤੇ ਜਿਹੜੀਆਂ ਸਟੇਟ ਲੈਵਲ ਦੀਆਂ ਪਾਰਟੀਆਂ ਨੇ ਉਹਨਾਂ ਦੇ ਏਜੰਡੇ ਤੇ ਵੀ ਨਜ਼ਰ ਮੈਨੂੰ ਅਜੇ ਤੱਕ ਤੇ ਨਹੀਂ ਆ ਰਿਹਾ। ਜਦੋਂ ਮੈਮੋਰੈਂਡਮ ਇਹਨਾਂ ਦੇ ਆਉਣਗੇ ਅੱਗੇ ਚੱਲ ਕੇ ਇਲੈਕਸ਼ਨ ਵਾਸਤੇ ਇਹਨਾਂ ਦੇ ਪ੍ਰੋਗਰਾਮ ਆਉਣਗੇ, ਉਦੋਂ ਪਤਾ ਲੱਗੇਗਾ ਕਿ ਕਿੱਥੇ ਖੜਦੇ ਨੇ ਲੋਕ ਕਿਸਾਨ ਮੁੱਦਿਆਂ ਤੇ ਕਿੱਥੇ ਖੜਦੇ ਨੇ। ਮੈਂ ਠੀਕ ਸਮਝਦਾ ਤੁਹਾਡੀ ਗੱਲ ਕਿ ਜਦੋਂ ਇਹ ਮੈਨੀਫੈਸਟੋ ਆਪਣੇ ਲਿਆਉਣਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਬਈ ਇਹ ਕੀ ਵਾਅਦਾ ਕਰਦੇ ਆ ਤੇ ਕਿਸਾਨੀ ਮੁੱਦਿਆਂ ਨੂੰ ਇਹ ਕਿਵੇਂ ਲੈਂਦੇ ਆ। ਪਰ ਇੱਕ ਗੱਲ ਤਾਂ ਗਿੱਲ ਸਾਹਿਬ ਤੁਸੀਂ ਵੀ ਸਮਝਦੇ ਹੋ, ਲੋਕ ਵੀ ਸਮਝਦੇ ਆ ਕਿ ਇਸ ਵੇਲੇ ਉਹਨਾਂ ਦਾ ਜ਼ੋਰ ਲੱਗਿਆ ਹੈਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਭਾਵੇਂ ਉਹ ਰੀਜਨਲ ਪਾਰਟੀਆਂ ਆ ਤੇ ਭਾਵੇਂ ਨੈਸ਼ਨਲ ਪਾਰਟੀਆਂ ਆ, ਭਈ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀ ਅਸੀਂ ਆ। ਜਾਂ ਇਦਾਂ ਕਹਿ ਲਓ ਕਿ ਹੁਣ ਇਹ ਪੈਮਾਨਾ ਤਾਂ ਅਜੇ ਬਣਿਆ ਨਹੀਂ ਕਿ ਉਹ ਜੋ ਕਹਿੰਦੇ ਆ ਉਹਨੂੰ ਮਿਣਿਆ ਕਿਵੇਂ ਜਾਵੇ। ਭਈ ਉਹ ਦਿਲੋਂ ਕਹਿੰਦੇ ਆ ਕਿ ਉਤੋਂ ਕਹਿੰਦੇ ਆ, ਫਾਰਮੈਲਿਟੀ ਕਰਦੇ ਆ ਕਿ ਅਸਲੀਅਤ ਦੇ ਵਿੱਚ ਵੀ ਕਰਨਗੇ। ਇਹ ਗੱਲ ਜਿਹੜੀ ਆ ਇਹ ਮਿਲਣੀ ਬੜੀ ਔਖੀ ਆ, ਇਹਨੂੰ ਮਾਪਣਾ ਬਹੁਤ ਔਖਾ ਆ। ਪਰੰਤੂ ਅਸੀਂ ਜੇ ਔਨ ਦਾ ਫੇਸ ਆਫ ਦਾ ਥਿੰਗਸ ਗੱਲਾਂ ਨੂੰ ਲਈਏ ਤਾਂ ਇਹ ਤਾਂ ਪੱਕਾ ਆ ਨਾ ਕਿ ਕਿਸਾਨੀ ਅੰਦੋਲਨ ਨੇ ਰਾਜਨੀਤਿਕ ਪਾਰਟੀਆਂ ਨੂੰ ਸਾਰੀਆਂ ਨੂੰ ਮਜਬੂਰ ਕੀਤਾ ਇਸ ਗੱਲ ਲਈ, ਜਾਂ ਇਦਾਂ ਕਹਿ ਲਓ ਕਿ ਉਹਨਾਂ ਨੂੰ ਮਜਬੂਰ ਹੋਣਾ ਪਿਆ ਆ। ਔਰ ਜਦੋਂ ਉਹ ਕਹਿੰਦੇ ਆ ਵੀ ਅਸੀਂ ਕਿਸਾਨੀ ਮੰਗਾਂ ਦੀ, ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਆ, ਤਾਂ ਲੋਕੀ ਇਹ ਸੁਣਦੇ ਆ ਤੇ ਲੋਕੀ ਉਹਨਾਂ ਨੂੰ ਮੁੜ ਕੇ ਪੁੱਛ ਵੀ ਸਕਦੇ ਆ। ਔਰ ਮੇਰਾ ਖਿਆਲ ਇਹ ਆ ਕਿ ਇੰਨੀ ਛੇਤੀ ਜਿੱਦਾਂ ਹੁਣ ਪ੍ਰਭਾਵ ਸਾਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਦਾ ਵਧਿਆ ਆ, ਇਹਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਦੂਸਰੀ ਗੱਲ ਗਿੱਲ ਸਾਹਿਬ, ਮੈਨੂੰ ਇਹ ਮਹਿਸੂਸ ਹੁੰਦਾ ਆ ਭਈ ਅਜੇ ਕਾਫੀ ਇਹ ਮੇਰਾ ਖਿਆਲ ਸਮੇਂ ਤੋਂ ਪਹਿਲਾਂ ਦੀ ਗੱਲ ਆ, ਪਰੰਤੂ ਆਉਣ ਵਾਲਾ ਜਿਹੜਾ ਸਮਾਂ ਆ ਉਹ ਮੈਨੂੰ ਲੱਗਦਾ ਇਹ ਆ ਕਿ ਉਹ ਨਿਰੋਲ ਕਿਸੇ ਨੈਸ਼ਨਲ ਪਾਰਟੀ ਦਾ ਨਹੀਂ ਹੋਊਗਾ। ਉਹਦੇ ਵਿੱਚ ਜਿਹੜੀਆਂ ਰੀਜਨਲ ਪਾਰਟੀਆਂ ਆ ਉਹ ਬਹੁਤ ਮੈਟਰ ਕਰਨਗੀਆਂ, ਜਿਨ੍ਹਾਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਦੇਖਦੇ ਹੋ ਕਿ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਆਈ ਆ
ਤਾਮਿਲਨਾਡੂ ਦੇ ਵਿੱਚ DMK ਆਈ ਆ, ਕੇਰਲਾ ਦੇ ਵਿੱਚ CPIM ਆ। ਇਦਾਂ ਕਰਕੇ ਕੁਝ ਸਟੇਟਾਂ ਦੇ ਵਿੱਚ ਕਾਂਗਰਸ ਹੈਗੀ ਆ, ਤੇ ਹੋਰ ਵੀ ਕੁਝ ਰੀਜਨਲ ਪਾਰਟੀਆਂ ਜਿਹੜੀਆਂ ਆ ਉਹ ਆਪਣੇ ਆਪਣੇ ਸੂਬਿਆਂ ਦੇ ਵਿੱਚ ਮਜ਼ਬੂਤ ਨੇ। ਸੋ ਮੈਨੂੰ ਲੱਗਦਾ ਇਹ ਆ ਬਈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਰੀਜਨਲ ਪਾਰਟੀਆਂ ਦਾ ਵੀ ਵੱਡਾ ਰੋਲ ਹੋਏਗਾ, ਔਰ ਜਦੋਂ ਰੀਜਨਲ ਪਾਰਟੀਆਂ ਸੈਂਟਰ ਦੇ ਵਿੱਚ ਸਰਕਾਰ ਬਣਾਉਣਗੀਆਂ, ਸਰਕਾਰ ਦੇ ਵਿੱਚ ਜਾਂ ਭਾਈਵਾਲ ਹੋਣਗੀਆਂ, ਤਾਂ ਉਹਨਾਂ ਨੂੰ ਡੈਫੀਨੇਟਲੀ WTO ਤੇ ਕਾਰਪੋਰੇਟ ਸੈਕਟਰ ਨਾਲ ਵਾਹ ਪਏਗਾ। ਔਰ ਇਹ ਵਾਕਿਆ ਹੀ ਬਹੁਤ ਲੰਮੀ ਲੜਾਈ ਆ ਕਿ ਕਾਰਪੋਰੇਟ ਸੈਕਟਰ ਜਿਹੜਾ ਆ ਉਹ ਕਿੰਨਾ ਮਜ਼ਬੂਤ ਆ, ਇਹ ਅਸੀਂ ਤੁਸੀਂ ਤਾਂ ਜਾਣਦੇ ਹੀ ਆ, ਇਹ ਸਾਰੀ ਦੁਨੀਆ ਜਾਣਦੀ ਆ। ਔਰ ਇਹਦਾ ਟਾਕਰਾ ਕਿਵੇਂ ਕਰਨਾ ਆ, ਕਿੰਨੀ ਸ਼ਕਤੀ ਨਾਲ ਕੀਤਾ ਜਾ ਸਕਦਾ ਆ, ਇਹ ਵਾਕਿਆ ਹੀ ਚਿੰਤਾ ਵਾਲੀ ਗੱਲ ਹੈਗੀ ਆ, ਫਿਕਰ ਵਾਲੀ ਗੱਲ ਹੈਗੀ ਆ। ਪਰੰਤੂ ਕੋਈ ਨਿਰਾਸ਼ਾ ਇਹਦੇ ਵਿੱਚ ਨਹੀਂ ਹੈ। ਜਿਵੇਂ ਚੇਤਨਤਾ ਆਈ ਆ, ਤੇ ਜਿਵੇਂ ਕਰੋ ਜਾਂ ਮਰੋ ਦੀ ਲੜਾਈ ਜਦੋਂ ਬਣਦੀ ਆ, ਜਦੋਂ ਬੰਦੇ ਨੂੰ ਧੱਕਦਿਆਂ ਧੱਕਦਿਆਂ ਕੰਧ ਨਾਲ ਲਾ ਦਿੱਤਾ ਜਾਂਦਾ ਆ, ਪਿੱਛੇ ਹਟਣ ਲਈ ਉਹਦੇ ਕੋਲ ਕੋਈ ਥਾਂ ਨਹੀਂ ਹੁੰਦਾ, ਤਾਂ ਫਿਰ ਜਿਹੜੀ ਲੜਾਈ ਆ ਉਹ ਵੀ ਉਸੇ ਪੱਧਰ ਦੀ ਹੁੰਦੀ ਆ। ਤੇ ਇਸ ਕਰਕੇ ਇਹ ਠੀਕ ਆ ਕਿ ਕੱਲ ਨੂੰ ਕੋਈ ਪਾਰਟੀ ਕੱਲੀ ਨੈਸ਼ਨਲ ਪਾਰਟੀ ਆਉਂਦੀ ਆ ਤਾਂ ਉਹ ਕੀ ਕਰਦੀ ਆ, ਪਰ ਮੇਰਾ ਅੰਦਾਜ਼ਾ ਇਹ ਆ ਕਿ ਅਜੇ ਭਾਵੇਂ ਦੂਰ ਆ, ਪਰ 2024 ਦੇ ਵਿੱਚ ਰੀਜਨਲ ਪਾਰਟੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਹੈ ਇੱਕ ਵੱਡੀ ਭੂਮਿਕਾ ਹੋਏਗੀ। ਔਰ ਇਸ ਕਰਕੇ ਰੀਜਨਲ ਪਾਰਟੀਆਂ ਜਿਹੜੀਆਂ ਉਹ ਹੁਣ ਸਿੱਧੇ ਤੌਰ ਤੇ ਭਾਵੇਂ ਕੋਈ ਗੱਲ ਨਹੀਂ ਕਰ ਰਹੀਆਂ, ਪਰ ਉਹਨਾਂ ਨੂੰ ਵੀ WTO ਦੇ ਤੇ ਕਾਰਪੋਰੇਟ ਸੈਕਟਰ ਦੇ ਖਿਲਾਫ ਸਟੈਂਡ ਲੈਣੇ ਪੈਣਗੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਸ ਸੈਗਮੈਂਟ ਲਈ ਆਪਾਂ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਆਪਾਂ ਕਾਲੂ ਸਾਹਿਬ ਇਸ ਤਰ੍ਹਾਂ ਹੀ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ। ਪੰਜਾਬ ਦੇ ਕੁਝ ਬਹੁਤ ਸਾਰੇ ਮਸਲੇ ਆ, ਕਾਂਗਰਸ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਆਪਾਂ ਧਰਨਾ ਕਰਨੀਆਂ ਨੇ, ਤੇ ਪੰਜਾਬ ਦੇ ਉੱਤੇ ਆਪਾਂ ਆਪਣਾ ਅੱਜ ਦਾ ਧਿਆਨ ਕੇਂਦਰਿਤ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਆਪਾਂ ਹਾਜ਼ਰ ਹੁੰਦੇ ਹਾਂ ਜੀ।